एक राजे दे कोल ना एक बंदा आया ते आके कहंदा मैनू तू नौकरी दे, मैं तेरे कोल जॉब करनी चाहुंदा, मैं तेरे कोल नौकरी करनी चाहुंदा, मैनू नौकरी चाहिदी है। ते राजा कहंदा तेरे कोल कोई हुनर है? कहंदा हाँ मेरे कोल बड़ा वड्डा हुनर है। वो कहंदा केड़ा हुनर है? कहंदा मेरे कोल हुनर है कि मैं जिन्नू भी वेख लवां ना ओनू वेखण तो बाद दस सकदा वा इहदा पिछोकड़ की है, इह किहड़ी नस्ल दा मालक है। मैनू सब दे बारे पता लग जांदा है, भावें वो जानवर है भावें वो इंसान है, मैनू हरेक दे बारे पता लग जांदा है इहदा पिछोकड़ की है। अच्छा, राजा बड़ा हैरान होया, बड़ा हैरान। ते राजे ने ना एक बड़ा ही कीमती घोड़ा खरीदिया सी ते उस घोड़े दे कोलों बंदे नूं लै गया ते कहंदा दस एक घोड़ा मैं बड़ा कीमती खरीदिया, इहदी नस्ल इहदा पिछोकड़। ते उस समय ना वो जिहड़ा बंदा है ना वो कहंदा है तू भावें एक खरीदिया बड़ा ही कीमती है घोड़ा, बड़ा कीमती तू कह रहा घोड़ा, बड़ी कीमत दे के तू बाजारों इनू लिया, पर असलीयत दे विच ਇਹਦੀ नस्ल सही नहीं है। ਉਹਨੂੰ ਥੋੜਾ ਜਿਹਾ ਗੁੱਸਾ ਚੜ ਗਿਆ, ਕਹਿੰਦਾ ਮੈਂ ਇੰਨੀ ਕੀਮਤ ਦਿੱਤੀ ਤੂੰ ਕਹਿੰਦਾ ਨਸਲ ਸਹੀ ਨਹੀਂ, ਜਿਹਦੇ ਕੋਲੋਂ ਖਰੀਦਿਆ ਉਹਨੂੰ ਬੁਲਾ ਲਿਆ। ਜਦੋਂ ਉਹਨੂੰ ਬੁਲਾਇਆ ਉਹ ਕਹਿੰਦਾ ਹਾਂ ਇਹ ਬੰਦਾ ਬਿਲਕੁਲ ਸਹੀ ਕਹਿ ਰਿਹਾ ਹੈ। ਇਸ ਘੋੜੇ ਨੇ ਜਦੋਂ ਜਨਮ ਲਿਆ ਸੀ ਨਾ ਤੇ ਜਨਮ ਲੈਂਦਿਆਂ ਹੀ ਹੈ ਇਹ ਨਸਲੀ ਘੋੜਾ ਹੀ ਏ, ਬੜੀ ਉੱਚੀ ਨਸਲ ਦਾ, ਪਰ ਜਦੋਂ ਇਹਨੇ ਜਨਮ ਲਿਆ ਜਨਮ ਲੈਂਦਿਆਂ ਇਹਦੀ ਮਾਂ ਮਰ ਗਈ ਤੇ ਇਹਨੂੰ ਗਾਂ ਦਾ ਦੁੱਧ ਪਿਲਾ ਪਿਲਾ ਕੇ ਵੱਡਾ ਕੀਤਾ। ਰਾਜਾ ਬੜਾ ਹੈਰਾਨ ਹੋਇਆ, ਉਸ ਬੰਦੇ ਤੋਂ ਬੜਾ ਪ੍ਰਭਾਵਿਤ ਹੋਇਆ। ਕਹਿੰਦਾ ਤੈਨੂੰ ਕਿਵੇਂ ਪਤਾ ਚੱਲ ਗਿਆ? ਕਹਿੰਦਾ ਬਸ ਜਦੋਂ ਮੈਂ ਘੋੜੇ ਨੂੰ ਤੱਕਿਆ ਨਾ, ਜਿਵੇਂ ਘੋੜਾ ਘਾਹ ਖਾਂਦਾ ਤੇ ਮੂੰਹ ਉੱਪਰ ਵੱਲ ਚੱਕ ਕੇ ਖਾਂਦਾ ਹੈ, ਪਰ ਜਦੋਂ ਇਹਨੂੰ ਮੈਂ ਘਾਹ ਖਾਂਦਿਆਂ ਤੱਕਿਆ ਜਿਵੇਂ ਗਾਵਾਂ ਮੱਝਾਂ ਖਾਂਦੀਆਂ ਉਦਾਂ ਸਿਰ ਝੁਕਾ ਕੇ ਖਾ ਰਿਹਾ ਸੀ, ਮੈਨੂੰ ਪਤਾ ਉਸੇ ਵੇਲੇ ਲੱਗ ਗਿਆ। ਰਾਜੇ ਨੇ ਉਹਨੂੰ ਇਨਾਮ ਦਿੱਤਾ, ਕਹਿੰਦਾ ਵਾਹ 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 ਤੇਰਾ ਦਿਮਾਗ, ਤੇਰੇ ਦਿਮਾਗ ਤੋਂ ਸਦਕੇ ਜਾਈਏ। ਤੇ ਹੁਣ ਆਪਸ ਦੇ ਵਿੱਚ ਪ੍ਰੇਮ ਪਿਆਰ ਵੀ ਵਧਣ ਲੱਗ ਪਿਆ, ਨਜ਼ਦੀਕੀ ਹੋਣ ਲੱਗ ਪਈ ਰਾਜੇ ਦੇ ਨਾਲ ਉਸ ਬੰਦੇ ਦੀ। ਤੇ ਇੱਕ ਦਿਨ ਨਾ ਰਾਜਾ ਕਹਿੰਦਾ ਮੈਨੂੰ ਇੱਕ ਗੱਲ ਦੱਸ, ਜਿਹੜੀ ਮੇਰੀ ਰਾਣੀ ਹੈ ਉਹਦਾ ਪਿਛੋਕੜ। ਤੇ ਰਾਣੀ ਵੱਲ ਜਦੋਂ ਉਹਨੇ ਵੇਖਿਆ ਨਾ ਤੇ ਪਤਾ ਕੀ ਕਹਿੰਦਾ, ਕਹਿੰਦਾ ਮਹਾਰਾਜਾ ਸਾਹਿਬ ਮੈਨੂੰ ਮਾਫ ਕਰਨਾ, ਰਾਣੀ ਦੇ ਜਿਹੜੇ ਹਾਰ ਸ਼ਿੰਗਾਰ ਨੇ ਉਹ ਤੇ ਰਾਣੀਆਂ ਵਰਗੇ ਨੇ, ਪਰ ਇਹਦੀਆਂ ਜਿਹੜੀਆਂ ਆਦਤਾਂ ਨੇ ਨਾ ਉਹ ਰਾਣੀਆਂ ਵਰਗੀਆਂ ਨਹੀਂ। ਇਹ ਮੈਨੂੰ ਪਿਛੋਕੜ ਤੋਂ ਰਾਣੀ ਨਹੀਂ ਲੱਗਦੀ। ਉਹਨੇ ਕੀਤਾ ਕਿ ਆਪਣੀ ਸੱਸ ਨੂੰ ਬੁਲਾਇਆ ਤੇ ਸੱਸ ਨੂੰ ਬੁਲਾ ਕੇ ਕੱਲਿਆਂ ਚ ਕਹਿੰਦਾ ਮੈਨੂੰ ਇੱਕ ਗੱਲ ਸੱਚ ਦੱਸ, ਇਹ ਤੇਰੀ ਆਪਣੀ ਧੀ ਹੈ? ਤੇ ਉਸ ਵੇਲੇ ਇਹਦੀ ਸੱਸ ਪਤਾ ਕੀ ਕਹਿੰਦੀ, ਜਦੋਂ ਮੇਰੀ ਕੁੱਖ ਤੋਂ ਲੜਕੀ ਨੇ ਲਿਆ ਜਨਮ ਤੇ ਜਨਮ ਲੈਂਦਿਆਂ ਉਹਦੀ ਹੋ ਗਈ ਮੌਤ, ਤੇ ਜਦੋਂ ਮੈਂ ਆਪਣੀ ਲੜਕੀ ਦੇ ਮੌਤ ਦੇ ਕਰਕੇ ਅਧਮੋਈ ਹੋ ਗਈ, ਕਮਜ਼ੋਰ ਹੋ ਗਈ, ਖਾਣਾ ਪੀਣਾ ਬੰਦ ਕਰ ਦਿੱਤਾ, ਤੇ ਮੇਰੇ ਘਰ ਵਾਲੇ ਨੇ ਨਾ ਸਾਡੇ ਮਹਿਲਾਂ ਦੇ ਵਿੱਚ ਕੰਮ ਕਰਨ ਵਾਲੀ ਦੀ ਇੱਕ ਬੱਚੀ ਲਿਆ ਕੇ ਮੇਰੀ ਗੋਦ ਵਿੱਚ ਪਾ ਦਿੱਤੀ, ਉਹਨੂੰ ਉਹਦੇ ਪੈਸੇ ਦੇ ਦਿੱਤੇ ਤੇ ਨਾਲ ਕਹਿ ਦਿੱਤਾ ਇਹ ਰਾਜ ਤੂੰ ਆਪਣੇ ਤੱਕ ਹੀ ਰੱਖਣਾ ਹੈ, ਇਹ ਕਿਸੇ ਨੂੰ ਦੱਸਣਾ ਨਹੀਂ। ਤੇ ਕਹਿੰਦੇ ਪਾਲਿਆ ਮੈਂ ਹੀ ਹੈ, ਧੀਆਂ ਤੋਂ ਵੱਧ ਮੈਂ ਲਾਡ ਕਰਦੀ ਆ, ਪਰ ਅਸਲੀਅਤ ਵਿੱਚ ਇਹ ਮੇਰੀ ਬੇਟੀ ਨਹੀਂ ਹੈ, ਅਸਲੀਅਤ ਦੇ ਵਿੱਚ ਇਹ ਸਾਡੇ ਨੌਕਰਾਂ ਦੀ, ਸਾਡੀ ਨੌਕਰਾਣੀ ਦੀ ਧੀ ਹੈ। ਰਾਜਾ ਬੜਾ ਹੈਰਾਨ, ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਇਸ ਗੱਲ ਦੀ, ਤੈਨੂੰ ਕਿਵੇਂ ਪਤਾ ਲੱਗ ਗਿਆ ਇਸ ਚੀਜ਼ ਦਾ? ਮੈਨੂੰ ਇੰਨੇ ਸਾਲਾਂ ਤੋਂ ਪਤਾ ਨਹੀਂ ਲੱਗਾ। ਤੇ ਉਸ ਵੇਲੇ ਉਹ ਬੰਦਾ ਪਤਾ ਕੀ ਕਹਿੰਦਾ ਰਾਣੀ ਦੇ ਹਾਰ ਸ਼ਿੰਗਾਰ ਤੇ ਰਾਣੀਆਂ ਵਰਗੇ ਨੇ, ਪਰ ਜਦੋਂ ਮੈਂ ਨੌਕਰਾਂ ਨਾਲ ਗੱਲਬਾਤ ਕਰਦਿਆਂ ਵੇਖਦਾ ਵਾਂ ਨਾ, ਇਹ ਨੌਕਰਾਂ ਦੇ ਨਾਲ ਸਹੀ ਸਲੂਕ ਨਹੀਂ ਕਰਦੀ, ਨੌਕਰਾਂ ਦੇ ਨਾਲ ਬੜੀ ਹੋਰ ਤਰ੍ਹਾਂ ਪੇਸ਼ ਆਉਂਦੀ ਏ। ਜਿਹੜੀ ਚੀਜ਼ ਰਾਣੀਆਂ ਨੂੰ ਨਹੀਂ ਸੋਭਦੀ ਉਸ ਢੰਗ ਨਾਲ ਇਹ ਸਲੂਕ ਕਰਦੀ। ਇਸ ਕਰਕੇ ਮੈਂ ਸਮਝ ਗਿਆ ਕਿ ਹਾਰ ਸ਼ਿੰਗਾਰ ਤੋਂ ਤੇ ਰਾਣੀ ਹੈ, ਪਰ ਇਹ ਪਿਛੋਕੜ ਤੋਂ ਰਾਣੀ ਨਹੀਂ। ਰਾਜਾ ਬੜਾ ਖੁਸ਼, ਇਹਨੇ ਖੁਸ਼ੀ ਵਿੱਚ ਆ ਕੇ ਇਹਨੂੰ ਭੇਡਾਂ, ਬੱਕਰੀਆਂ, ਕਈ ਜਾਨਵਰ ਦਾਨ ਵਿੱਚ ਦੇ ਦਿੱਤੇ। ਆਪਸ ਦੇ ਵਿੱਚ ਰਿਲੇਸ਼ਨ ਵੱਧਦਾ ਜਾ ਰਿਹਾ। ਰਾਜਾ ਇਹਨੂੰ ਬੜਾ ਹੀ ਪਿਆਰ ਕਰਦਾ ਤੇ ਰਾਜਾ ਇੱਕ ਦਿਨ ਕਹਿੰਦਾ ਮੇਰੇ ਬਾਰੇ ਵੀ ਤੇ ਕੁਝ ਦੱਸ ਦੇ। ਕਹਦੇ ਵਾਹਿਗੁਰੂ।
उस वेले पता की कहंदा वो बंदा, कहन लगा राजा छोटा मूंह ते वड्डी गल, तू राजा ते है पर पिछोकड़ तो राजा नहीं लगदा। पिछोकड़ तो नहीं, उन्होंने गुस्सा चढ़ गया, कहंदा अपने वड्डियां कोलों पुछ के वेख। हुण जदों प्यारिओ अपना इने वड्डियां नूं बुला के अपने बारे पुछया ते उस वेले ਇਹਦੇ ਵੱਡੇ ਬਜ਼ੁਰਗਾਂ ਨੇ ਜਵਾਬ ਕੀ ਦਿੱਤਾ, ਕਹਿੰਦੇ ਇਹ ਜਿਹੜਾ ਬੰਦਾ ਹੈ ਨਾ ਬਿਲਕੁਲ ਸਹੀ ਕਹਿੰਦਾ ਹੈ, ਤੁਸੀਂ ਹੁਣ ਤੇ ਰਾਜੇ ਹੋ ਪਰ ਜਨਮ ਤੋਂ ਰਾਜੇ ਨਹੀਂ, ਜਨਮ ਤੋਂ ਰਾਜੇ ਨਹੀਂ। ਸਾਡੇ ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ, ਜਨਮ ਲੈਂਦਿਆਂ ਉਹਦੀ ਮੌਤ ਹੋਈ, ਤੇ ਜਿਹੜਾ ਚਰਵਾਹੇ ਦਾ ਪੁੱਤਰ ਸੀ ਨਾ, ਚਰਵਾਹੇ ਦਾ ਭਾਵ ਤੂੰ, ਚਰਵਾਹੇ ਦੇ ਪੁੱਤਰ ਨੂੰ ਰਾਜੇ ਨੇ ਆਪਣਾ ਪੁੱਤਰ ਬਣਾਇਆ ਤੇ ਪੁੱਤਰਾਂ ਵਾਂਗੂ ਪਾਲਿਆ, ਤੇ ਅੱਜ ਦੀ ਤਰੀਕ ਵਿੱਚ ਤੂੰ ਰਾਜਾ ਬਣਿਆ। ਤੇ ਉਸ ਵੇਲੇ ਰਾਜਾ ਹੈਰਾਨਗੀ ਨਾਲ ਕਹਿੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਅੱਜ ਤੱਕ ਇਹ ਚੀਜ਼ ਮੈਨੂੰ ਕਿਸੇ ਨੇ ਦੱਸੀ ਨਹੀਂ, ਤੈਨੂੰ ਕਿਵੇਂ ਪਤਾ ਚੱਲਿਆ? ਕਹਿੰਦਾ ਭਾਵੇਂ ਤੂੰ ਰਾਜਾ ਹੈ ਪਰ ਕੰਮ ਰਾਜਿਆਂ ਵਾਲੇ ਨਹੀਂ, ਕਿਉਂਕਿ ਜਦੋਂ ਕੋਈ ਵੱਡਾ ਰਾਜਾ ਖੁਸ਼ ਹੁੰਦਾ ਉਹ ਹੀਰੇ ਮੋਤੀ ਦਾਨ ਕਰਦਾ, ਸੋਨਾ ਚਾਂਦੀ ਦਾਨ ਕਰਦਾ, ਪਰ ਜਦੋਂ ਤੂੰ ਖੁਸ਼ ਹੁੰਦਾ ਕਦੀ ਭੇਡਾਂ ਦਾਨ ਕਰਦਾ, ਕਦੀ ਬੱਕਰੀਆਂ ਦਾਨ ਕਰਦਾ। ਇਸ ਕਰਕੇ ਮੈਂ ਸਮਝ ਗਿਆ ਤੇਰਾ ਪਿਛੋਕੜ ਵੀ ਕੁਝ ਹੋ ਰਹੀ ਹੈ, ਨਸਲ ਤੇਰੀ ਵੀ ਕੁਝ ਹੋ ਰਹੀ ਹੈ। ਹੁਣ ਆਓ ਜਰਾ 1 ਮਿੰਟ ਲਈ ਆਪਣੇ ਅੰਦਰ ਵੜੀਏ। ਪਹਿਰਾਵੇ ਤੋਂ ਅਸੀਂ ਤੇ ਸਿੱਖ ਹੀ ਆ, ਪਹਿਰਾਵੇ ਤੋਂ ਅਸੀਂ ਸਿੱਖ ਹਾਂ, ਪੱਗ ਵੀ ਬੰਨਦੇ ਆ, ਕੱਪੜੇ ਵੀ ਬੜੇ ਵਧੀਆ ਪਾਉਂਦੇ ਆ, ਸ੍ਰੀ ਸਾਹਿਬ ਵੀ ਪਾਈਏ, ਦਾੜਾ ਵੀ ਪ੍ਰਕਾਸ਼ ਕੀਤਾ ਹੈ, ਪਰ ਪਿਆਰਿਓ ਅਸਲੀਅਤ ਦੇ ਵਿੱਚ ਅਸੀਂ ਨਾਮ ਦੇ ਸਿੱਖ ਹਾਂ, ਪਹਿਰਾਵੇ ਦੇ ਸਿੱਖ ਹਾਂ, ਕਰੈਕਟਰ ਕਰਕੇ ਅਸੀਂ ਸਿੱਖ ਨਹੀਂ ਅਜੇ ਬਣੇ। ਆਖੋ ਵਾਹਿਗੁਰੂ। ਸੱਚਾਈ ਏ ਸੱਚਾਈ। ਕਿਤੇ ਤੇ ਸਾਡੀਆਂ ਲੜਾਈਆਂ ਚੌਧਰਪੁਣੇ ਕਰਕੇ ਹੋ ਰਹੀਆਂ, ਕਦੀ ਗੁਰਦੁਆਰੇ ਦੀ ਪ੍ਰਧਾਨਗੀ ਦੇ ਕਰਕੇ ਆਪਸ ਦੇ ਵਿੱਚ ਕਲੇਸ਼ ਖੜੇ ਹੋ ਰਹੇ ਨੇ, ਕਦੀ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੇ ਕੰਮ ਅਸੀਂ ਕਰਨੇ ਆ। ਆਪਣੇ ਜੀਵਨ ਵੱਲ ਤੇ ਨਿਗਾਹ ਮਾਰ ਹੀ ਕੋਈ ਨਹੀਂ ਰਹੇ ਕਿ ਮੇਰੇ ਜੀਵਨ ਵਿੱਚ ਕਿੱਥੇ ਗਿਰਾਵਟ, ਉਸ ਗਿਰਾਵਟ ਨੂੰ ਮੈਂ ਕੱਢਣਾ ਹੈ। ਤਕਰੀਬਨ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਪਰ ਤਕਰੀਬਨ ਜ਼ਿਆਦਾਤਰ ਇਹੋ ਹੀ ਸਿਸਟਮ ਹੈ ਸਾਡਾ। ਅਸੀਂ ਪਹਿਰਾਵੇ ਦੇ ਸਿੱਖਾਂ, ਅਸੀਂ ਨਾਮ ਦੇ ਸਿੱਖਾਂ ਪਿਆਰਿਓ, ਪਰ ਜਿਹੜਾ ਕਲਗੀਧਰ ਪਿਤਾ ਜੀ ਦੀ ਬਖਸ਼ਿਸ਼ ਦਾ ਉਹ ਖੂਨ ਹੈ ਨਾ, ਉਹ ਸਾਡੀਆਂ ਰਗਾਂ ਵਿੱਚ ਦੌੜ ਨਹੀਂ ਜੇ ਰਿਹਾ। ਆਖੋ ਵਾਹਿਗੁਰੂ। ਜੇ ਕਿਤੇ ਉਹ ਖੂਨ ਦੌੜਦਾ ਹੋਵੇ ਨਾ ਸਾਡੀਆਂ ਰਗਾਂ ਦੇ ਵਿੱਚ, ਅਸੀਂ ਮਰਦੇ ਮਰ ਜਾਈਏ ਪਰ ਕਦੀ ਵੀ ਰੋਮਾਂ ਦੀ ਬੇਦਬੀ ਨਾ ਕਰੀਏ। ਅਸੀਂ ਫਿਰ ਮਰਦੇ ਮਰ ਜਾਈਏ, ਕਦੀ ਵੀ ਸਿੱਖੀ ਨੂੰ ਛੱਡ ਕੇ ਦੂਜਿਆਂ ਦੇ ਬੂਹਿਆਂ ਤੇ ਨਾ ਜਾਈਏ। ਜੇ ਉਹ ਖੂਨ ਸਾਡੀਆਂ ਰਗਾਂ ਦੇ ਵਿੱਚ ਹੋਵੇ ਨਾ, ਤੇ ਪਿਆਰਿਓ ਸਾਡੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ ਨਾ, ਉਹਨੂੰ ਦੂਰੋਂ ਮੱਥਾ ਟੇਕ ਦਈਏ ਵੀ ਚੰਗਾ ਹੋਏਗਾ, ਵੱਡਾ ਹੋਏਗਾ, ਆਪਣੇ ਘਰ ਰਾਜੀ ਰਹੋ, ਪਰ ਮੇਰੇ ਲਈ ਤੇ ਮੇਰਾ ਮਾਲਕ ਹੀ ਸਭ ਤੋਂ ਵੱਡਾ। ਪਰ ਹੋ ਏਦਾਂ ਨਹੀਂ ਜੇ ਰਿਹਾ। ਕਿਤੇ ਤੇ ਸਿੱਖ ਅੱਜ ਕਬਰਾਂ ਦੇ ਉੱਤੇ ਜਾ ਕੇ ਚਦਨਾ ਚੜਾ ਰਹੇ ਨੇ, ਕਿਤੇ ਸਿੱਖ ਵੀਰਵਾਰ ਦਾ ਦੀਵਾ ਬਾਲ ਰਹੇ ਨੇ, ਕਿਤੇ ਰੋਮਾਂ ਦੀ ਬੇਦਬੀ ਕਰ ਰਹੇ ਨੇ। ਇਹਦਾ ਮਤਲਬ ਕੀ ਹੈ? ਪਹਿਰਾਵੇ ਤੋਂ ਅਸੀਂ ਸਿੱਖ ਹਾਂ, ਲਿਬਾਸ ਤੋਂ ਅਸੀਂ ਸਿੱਖ ਹਾਂ, ਪਰ ਅਸਲੀਅਤ ਦੇ ਵਿੱਚ ਸਿੱਖੀ ਸਾਡੇ ਅਜੇ ਅੰਦਰ ਨਹੀਂ ਜੇ ਵੜੀ। ਆਖੋ ਵਾਹਿਗੁਰੂ। ਇਸੇ ਲਈ ਅਸੀਂ ਰੋਜ਼ਾਨਾ 3 ਤੋਂ 4 ਇਕੱਤਰਤ ਹੁੰਨੇ ਆ ਰੋਜ਼ਾਨਾ, ਕਿ ਸਾਡੇ ਅੰਦਰ ਸਿੱਖੀ ਪ੍ਰਵੇਸ਼ ਕਰੇ, ਸਾਡਾ ਸਾਰਿਆਂ ਦਾ ਪ੍ਰੈਕਟੀਕਲ ਜੀਵਨ ਉੱਚਾ ਬਣੇ, ਅਸੀਂ ਅਸਲੀਅਤ ਦੇ ਵਿੱਚ ਆਚਰਣ ਕਰਕੇ ਉੱਚੇ ਬਣੀਏ, ਤਾਂ ਹੀ ਇਹ ਰੋਜ਼ਾਨਾ ਸੰਗਤ ਕਰਦੇ ਆ। ਇਹ ਮੇਰੀ ਬੇਨਤੀ ਹੈ ਜੀ, ਜਿੱਥੇ ਜਿੱਥੇ ਵੀ ਬਹਿ ਕੇ ਤੁਸੀਂ ਸੁਣਦੇ ਹੋ, ਆਪਣੇ ਅੰਦਰ ਸਿੱਖੀ ਲਿਆਉਣ ਦਾ ਯਤਨ ਕਰੀਏ, ਪਹਿਰਾਵੇ ਦੀ ਸਿੱਖੀ ਦਾ ਤਿਆਗ ਕਰੀਏ, ਕੱਲੀ ਪਹਿਰਾਵੇ ਦੀ ਸਿੱਖੀ ਦਾ ਤਿਆਗ ਕਰੀਏ, ਪਹਿਰਾਵਾ ਵੀ ਹੋਵੇ ਤੇ ਅੰਦਰ ਪ੍ਰੈਕਟੀਕਲ ਵੀ ਹੋਵੇ। ਇਹ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੁਸੀਂ ਹੁਣੇ ਵੀਡੀਓ ਦਾ ਆਨੰਦ ਮਾਣਿਆ ਹੈ, ਮੇਰੀ ਸਨੇਮਰ ਬੇਨਤੀ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਔਰ ਬੈਲ ਆਈਕਨ ਨੂੰ ਜ਼ਰੂਰ ਦਬਾਇਓ, ਤਾਂ ਜੋ ਰੋਜ਼ਾਨਾ ਦੇ ਕੀਰਤਨ ਦੀ ਔਰ ਨਵੇਂ ਬਚਨਾਂ ਦੀ ਅਪਡੇਟਸ ਤੁਹਾਡੇ ਤੱਕ ਪਹੁੰਚ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।